ਸਾਡਾ ਇਤਿਹਾਸ ਹੈ ਵੀ ਅਸੀਂ ਦਿੱਲੀ ਨੂੰ ਬਹੁਤ ਵਾਰੀ ਜਿੱਤਿਆ ਹੈਗਾ। ਸਾਨੂੰ ਪਤਾ ਹੈ ਵੀ ਇਹਨੂੰ ਕਿਵੇਂ ਜਾਣਾ ਹੈ, ਝੰਡੇ ਚੱਕ ਕੇ ਕਿਵੇਂ ਪਹੁੰਚਣਾ ਉੱਥੇ, ਸਾਨੂੰ ਕੋਈ ਰੋਕ ਨਹੀਂ ਸਕਦਾ। ਅਸੀਂ ਕਿਹੜਾ ਵੀ ਉਵੇਂ ਦੇ ਲੋਕ ਹੈਗੇ ਵੀ ਸਾਡਾ ਕੋਈ ਇਤਿਹਾਸ ਨਹੀਂ ਹੈਗਾ ਤੇ ਬਾਹਰੋਂ ਕਿਤੋਂ ਆ ਕੇ ਸਾਨੂੰ ਰਸ਼ੀਆ ਦਾ ਬੰਦਾ ਜਾਂ ਉਧਰ ਦਾ ਬੰਦਾ ਆ ਕੇ ਦੱਸੂਗਾ ਹਾਂਜੀ ਐਵੇਂ ਲੜਨਾ। ਜਿਹੜਾ ਇਸ ਖਿੱਤੇ ਦੇ ਵਿੱਚ ਆਪਾਂ ਬੈਠੇ ਆ, ਇੱਥੋਂ ਦੀ ਰਣਨੀਤੀ ਨੂੰ ਦੇਖਣਾ ਪਊਗਾ, ਇਤਿਹਾਸ ਦੇਖਣਾ ਪਊਗਾ ਵੀ ਇੱਥੇ ਲੜਾਈਆਂ ਕਿਵੇਂ ਦੀਆਂ ਹੋਈਆਂ ਨੇ, ਕਿਵੇਂ ਇਹਨਾਂ ਨੂੰ ਜਿੱਤਿਆ ਗਿਆ ਹੈਗਾ, ਹੈ ਨਾ। ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ, ਇੱਥੇ ਨਾਲ ਕੁਰੂਕਸ਼ੇਤਰ ਪੈਂਦਾ, ਇੱਥੇ ਮਹਾਭਾਰਤ ਹੋਈ ਹੈ। ਹਿੰਦੂਆਂ ਦਾ ਵੀ ਇੱਥੇ ਵੱਡਾ ਲੜਾਈ ਦਾ ਸਥਾਨ ਹੈ ਨਾ, ਇੱਥੇ ਮਹਾਭਾਰਤ ਹੋਈ ਹੈ ਸਭ ਤੋਂ ਵੱਡੀ ਲੜਾਈ। ਤਾਂ ਇਹ ਲੋਕ ਉਹ ਨਹੀਂ ਹੈਗੇ ਵੀ ਜਿਨ੍ਹਾਂ ਦਾ ਕੋਈ ਇਤਿਹਾਸ ਹੀ ਨਹੀਂ ਹੈਗਾ, ਚਾਹੇ ਹਿੰਦੂ ਹੈ ਚਾਹੇ ਸਿੱਖ ਹੈ। ਇਹ ਲੋਕ ਧਰਮ ਦਾ ਝੰਡਾ ਲੈ ਕੇ, ਧਰਮ ਨੂੰ ਓਟ ਆਸਰਾ ਲੈ ਕੇ ਹੀ ਅੱਗੇ ਵਧਣਗੇ। ਜਿਨ੍ਹਾਂ ਵਿੱਚੋਂ ਤੁਸੀਂ ਧਰਮ ਨੂੰ ਪਾਸੇ ਕੱਢੋਗੇ, ਜ਼ੀਰੋ ਹੋ ਜਾਣਗੇ। ਪਹਿਲਾਂ ਸ਼ੁਰੂ ਤੋਂ ਲੈ ਕੇ ਇਤਿਹਾਸ ਹੈ ਪੰਜਾਬ ਨੂੰ ਵੱਖਵਾਦੀ ਅੱਤਵਾਦੀ ਕਹਿੰਦੀ ਆਏ ਨੇ। ਸਾਡੇ ਪੰਜਾਬ ਦੇ ਸਿਰ ਸਰਦਾਰੀ ਦਿੱਤੀ ਹੈ, ਹਰਿਆਣੇ ਨੇ ਵੀ ਵੱਡਾ ਭਰਾ ਕਿਹਾ ਹੈਗਾ, ਹੋਰ ਸਟੇਟਾਂ ਨੇ ਵੀ ਇਹ ਸਰਦਾਰ ਆਏ ਨੇ, ਇਹ ਮੋਦੀ ਨੂੰ ਫੜ ਕੇ ਗੋਡਿਆਂ ਪਰਨੇ ਕਰਨਗੇ। ਰਾਜੇਵਾਲ ਸਾਹਿਬ ਦਾ ਵੱਡਾਪਣ ਹੈ, ਬੜੱਪਣ ਹੈਗਾ। ਉਹਨਾਂ ਨੇ ਕਿਹਾ ਵੀ ਅਸੀਂ ਹੱਥ ਬੰਨ੍ਹ ਕੇ ਜਾਵਾਂਗੇ, ਅਸੀਂ ਕੋਈ ਤੋੜ ਭੰਨ ਨਹੀਂ ਕਰਾਂਗੇ, ਗ੍ਰਿਫਤਾਰੀਆਂ ਦੇ ਦਿਆਂਗੇ। ਪਰ ਉਹ ਸਾਡੇ ਆਗੂ ਨੇ, ਅਸੀਂ ਉਹਨਾਂ ਨੂੰ ਗ੍ਰਿਫਤਾਰ ਹੋਣ ਨਹੀਂ ਦਿੰਦੇ। ਸਾਡੇ ਹੁੰਦੇ ਸਾਡੇ ਕੋਈ ਆਗੂ ਨੂੰ ਹੱਥ ਲਾ ਜੇ, ਇਹ ਪੁਲਿਸ ਦੀ ਜਾਂ ਮੋਦੀ ਦੀ ਕਿਸੇ ਦੀ ਸੈਨਾ ਦੀ ਮਜਾਲ ਨਹੀਂ ਹੈਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੌੜਾ। ਸਿੰਘੂ ਬਾਰਡਰ ਦੇ ਉੱਤੇ ਇਸ ਵੇਲੇ ਮੌਜੂਦ ਹਾਂ। ਹਰ ਇੱਕ ਅਪਡੇਟ ਤੁਹਾਡੇ ਤੱਕ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇੱਥੇ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਜ਼ੁਰਗ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲ 'ਚ ਉਹ ਸੋਚਦੇ ਕੀ ਨੇ। ਹੁਣ 5 ਮਹੀਨੇ ਹੋਣ ਵਾਲੇ ਨੇ, 26 ਤਰੀਕ ਨੂੰ 5 ਮਹੀਨੇ ਹੋ ਜਾਣੇ ਨੇ। ਅੰਦੋਲਨ ਬਾਰੇ ਕੀ ਸੋਚਦੇ ਨੇ? ਅਗਲੀ ਵੱਡੀ ਕਾਲ ਵੀ ਆ ਚੁੱਕੀ ਹੈ ਵੀ ਸੰਸਦ ਨੂੰ ਘੇਰਨ ਜਾਣਾ। ਆਪਣੇ ਉਹਨਾਂ ਦੇ ਮਨਾਂ ਦੇ ਵਿੱਚ ਕੀ ਚੱਲਦਾ ਹੈ ਇਸ ਵੇਲੇ? ਅੰਦੋਲਨ ਦੇ ਵਿੱਚ ਕਹਿ ਦਿੰਦੇ ਨੇ ਜਦੋਂ ਇਕੱਠ ਘਟ ਗਿਆ, ਇਹੋ ਜਿਹੀ ਖਬਰਾਂ ਜਦ ਇੱਥੇ ਤੱਕ ਪਹੁੰਚ ਜਾਂਦੇ ਨੇ ਤਾਂ ਉਦੋਂ ਉਹ ਕੀ ਮਹਿਸੂਸ ਕਰਦੇ ਨੇ, ਉਹ ਸਾਰੀਆਂ ਗੱਲਾਂ ਵੀ ਸਾਂਝੀਆਂ ਕਰਦੇ ਆ। ਨੌਜਵਾਨਾਂ ਬਾਰੇ ਬਹੁਤ ਵੱਡੀਆਂ ਗੱਲਾਂ ਹੋਣ ਲੱਗ ਪਈਆਂ ਸੀਗੀਆਂ 26 ਜਨਵਰੀ ਤੋਂ ਬਾਅਦ ਕਿ ਨੌਜਵਾਨ ਜਿਹੜੇ ਨੇ ਉਹ ਪਿੱਛੇ ਹਟ ਗਏ। ਨੌਜਵਾਨ ਕਿਸਾਨ ਜਿਹੜੀ ਇੱਕ ਕਮੇਟੀ ਬਣੀ, ਇੱਕ ਟੀਮ ਬਣੀ ਜਿਹੜਾ ਕਿ ਸਹਿਯੋਗ ਦੇਣ ਲੱਗੇ, ਇਸ ਲਈ ਇਹਦਾ ਨਾਮ ਵੀ ਰੱਖ ਦਿੱਤਾ ਗਿਆ ਨੌਜਵਾਨ ਕਿਸਾਨ ਸਹਿਯੋਗ ਟੀਮ। ਤਾਂ ਉਹਨਾਂ ਦੇ ਰੇਸ਼ਮ ਜੀ ਸਾਡੇ ਨਾਲ ਮੌਜੂਦ ਨੇ ਮੈਂਬਰ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਗੱਲ ਮੈਂ ਕਹੀ ਵੀ 26 ਤਰੀਕ ਤੋਂ ਬਾਅਦ ਮਾਹੌਲ ਜਿਹੜਾ ਇਹ ਬਣ ਗਿਆ ਸੀਗਾ ਵੀ ਨੌਜਵਾਨ ਜਿਹੜੇ ਨਾਲ ਨਹੀਂ ਹੈਗੇ। ਹੁਣ ਵੀ ਕਈ ਵਾਰ ਖਬਰਾਂ ਦੇ ਵਿੱਚ ਸੁਣ ਲੈਂਦੇ ਆ ਵੀ ਨੌਜਵਾਨ ਜਿਹੜੇ ਨੇ ਨਾਲ ਨਹੀਂ ਹੈਗੇ ਤੇ ਨੌਜਵਾਨਾਂ ਨੂੰ ਨਾਲ ਲੈਣ ਦੀ ਜ਼ਰੂਰਤ ਹੈ, ਲਾਮਬੰਦੀ ਦੁਆਰਾ ਕਰਨ ਦੀ ਜ਼ਰੂਰਤ ਹੈ। ਕਿਵੇਂ ਦੇਖਦੇ ਹੋ ਇਹਨਾਂ ਸਾਰੀ ਖਬਰਾਂ ਨੂੰ? 26 ਤਰੀਕ ਦੀ ਘਟਨਾ ਜਿਹੜੀ ਵਾਪਰੀ ਉਹਦੇ ਬਾਰੇ ਕੀ ਸੋਚਦੇ ਹੋ? ਪਹਿਲਾਂ ਜਿਹੜਾ ਇਹਦਾ ਜਿਹੜਾ 26 ਤੋਂ ਪਹਿਲਾਂ ਦਾ ਪੜਾਅ ਸੀਗਾ, ਉਹਦੇ ਵਿੱਚ ਜਿਹੜਾ ਨੌਜਵਾਨਾਂ ਦਾ ਵੱਡਾ ਸਹਿਯੋਗ ਸੀਗਾ। ਜਦੋਂ ਉੱਥੋਂ ਚੱਲ ਕੇ ਆਇਆ ਪੰਜਾਬ ਤੋਂ, ਅਸੀਂ ਦਿੱਲੀ ਦੀਆਂ ਬਰੂਹਾਂ 'ਤੇ ਆਏ ਹਾਂ, ਤਾਂ ਜਿਹੜੀ ਨੌਜਵਾਨੀ ਸੀ ਉਹਨਾਂ ਨੇ ਜਿਹੜਾ ਬੈਰੀਗੇਡ ਤੋੜ ਕੇ ਇੱਥੇ ਅਸੀਂ ਪਹੁੰਚੇ ਹਾਂ, ਉਹਦੇ ਵਿੱਚ ਵੱਡਾ ਸਹਿਯੋਗ ਸੀਗਾ। ਤਾਂ ਜਦੋਂ 26 ਤੋਂ ਬਾਅਦ ਕੀ ਹੁੰਦਾ ਗਾ, ਜਦੋਂ ਆਪਾਂ ਉੱਥੇ ਪਹੁੰਚਦੇ ਹਾਂ ਤਾਂ ਇੱਕ ਦੋ ਧਿਰਾਂ ਬਣ ਜਾਂਦੀਆਂ ਨੇ। ਉਹ ਧਿਰਾਂ ਬਣਨ ਦਾ ਕਾਰਨ ਹੈ ਇੱਕ ਕਿਲੇ ਵੱਲ ਨੂੰ ਜਾਣ ਵਾਲੀ ਅਤੇ ਦੂਸਰੀ ਰਿੰਗ ਰੋਡ ਵਾਲੀ। ਆਪਾਂ ਨੂੰ ਪਹਿਲਾਂ ਸਮਝਣਾ ਪਊਗਾ ਵੀ ਉਹ ਧਿਰ ਖੜੀ ਕਿਉਂ ਹੋਈ। ਉਹ ਖੜੀ ਹੋਣ ਦੀ ਵਜ੍ਹਾ ਸੀਗੀ ਵੀ ਜਿਹੜਾ ਸਾਡੇ ਲੀਡਰਾਂ ਨੇ, ਸਾਡੇ ਆਗੂਆਂ ਨੇ ਪੰਜਾਬ ਦੀ ਜਵਾਨੀ ਨੂੰ ਹਲੂਣਿਆ, ਉਹਨਾਂ ਦੇ ਖੂਨ ਨੂੰ ਪੰਪ ਕੀਤਾ। ਆਪਾਂ ਫਿਰ ਪੰਜਾਬ ਦੇ ਖੂਨ ਨੂੰ ਤਾਂ ਜਾਣਦੇ ਆ ਨਾ। ਜਿੱਥੇ ਤਾਂ ਉਹਨਾਂ ਨੂੰ ਕਹਿਤਾ, ਜੇ ਉਹਨਾਂ ਨੇ ਕਹਿਤਾ ਵੀ ਸਾਡੇ ਟਰੈਕਟਰ ਕਿਲੇ ਦੇ ਬਰਾਬਰ ਉੱਥੇ ਚੱਲਣਗੇ, ਪਰੇਡ ਦੇ ਬਰਾਬਰ, ਤਾਂ ਉਹਨਾਂ ਨੇ ਉੱਥੇ ਜਾਣਾ ਸੀਗਾ। ਤਾਂ ਜਦੋਂ ਇੱਕ ਵੱਡਾ ਸੈਲਾਬ ਆ ਗਿਆ, ਵੱਡਾ ਇੱਕ ਹੜ੍ਹ ਆ ਗਿਆ, ਉੱਥੇ ਉੱਠ ਖੜਾ, ਤਾਂ ਉਹਨੂੰ ਬਾਅਦ ਦੇ ਵਿੱਚ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਨਹੀਂ, ਪਰ ਕਾਲ ਤਾਂ ਇਸ ਚੀਜ਼ ਦੀ ਸੀਗੀ ਵੀ ਅਸੀਂ ਜਿਹੜਾ ਪੁਲਿਸ ਨੇ ਸਾਨੂੰ ਰੋਡ ਮੈਪ ਦੇਤਾ ਵੀ ਅਸੀਂ ਉਧਰ ਨੂੰ ਜਾਵਾਂਗੇ। ਤਾਂ ਪਰ 26 ਤਰੀਕ ਨੂੰ ਰਿੰਗ ਰੋਡ ਵੱਲ ਨੂੰ ਕਿਵੇਂ ਪੈ ਗਏ? ਕਿਲੇ ਤੱਕ ਦੀ ਗੱਲ ਕਿਵੇਂ ਹੋ ਗਈ? ਫਿਰ ਕਿਲੇ ਤੇ ਝੰਡੇ ਵਾਲੀ ਗੱਲ ਕਿਵੇਂ ਹੋ ਗਈ? ਦੇਖੋ ਜੀ, ਇੱਕ ਜਦੋਂ ਇੱਥੇ ਇੱਕ ਰੌਂ ਹੈ ਨਾ ਲੋਕਾਂ ਦਾ, ਇੱਕ ਜਿਹੜਾ ਮਾਰਚ ਸੀਗਾ ਉਹ ਵੀ ਸਿੰਬੋਲਿਕ ਸੀਗਾ ਤੇ ਝੰਡੇ ਵਾਲ ਨੂੰ ਵੀ ਅਸੀਂ ਸਿੰਬੋਲਿਕ ਹੀ ਸਮਝ ਸਕਦੇ ਹਾਂਗੇ। ਉਹਦੇ ਨਾਲ ਨਾ ਤਾਂ ਮਾਰਚ ਨਾਲ ਕਾਨੂੰਨ ਰੱਦ ਹੋਣੇ ਸੀ, ਨਾ ਉੱਥੇ ਝੰਡੇ ਲੱਗਣ ਵਾਲੇ ਗੱਲ ਤੈਅ ਆ। ਪਰ ਅਸੀਂ ਆਪਦੀ ਇੱਕ ਸ਼ਕਤੀ ਦਾ ਪ੍ਰਦਰਸ਼ਨ ਕਰਨ ਜਾ ਰਹੇ ਸੀਗੇ। ਜਦੋਂ ਪਹਿਲਾਂ ਲੀਡਰਾਂ ਨੇ ਸਾਨੂੰ ਇਹ ਗੱਲ ਕਹੀ ਕਿ ਉੱਥੇ ਕਿਲੇ ਤੇ ਜਾਣਾ, ਆਪਾਂ ਉੱਥੇ ਸਾਡੇ ਟਰੈਕਟਰ ਚੱਲਣਗੇ, ਤਾਂ ਨੌਜਵਾਨੀ ਉਵੇਂ ਭੜਕ ਕੇ ਜੋਸ਼ ਦੇ ਵਿੱਚ ਇੱਥੇ ਆ ਗਈ। ਤਾਂ ਬਾਅਦ ਦੇ ਵਿੱਚ ਇੱਥੇ ਜਿਹੜੀ ਸਾਡੀ ਆਗੂ ਨੇ ਉਹ ਉੱਥੇ NOC ਲੈਣ ਦੇ ਵਿੱਚ ਪੈ ਗਏ, ਪੁਲਿਸ ਨਾਲ ਮੀਟਿੰਗਾਂ ਹੋਣ ਲੱਗ ਗਈਆਂ ਕਰਾਹ ਲੈਣ ਵਾਸਤੇ। ਅਸੀਂ ਇੱਥੇ ਉਹਨਾਂ ਨੂੰ, ਇੱਥੇ ਅਸੀਂ ਭੀਖ ਮੰਗ ਕੇ ਥੋੜ੍ਹੀ ਆਏ ਹਾਂ, ਅਸੀਂ ਆਪਦੇ ਦਮ 'ਤੇ ਆਏ ਤਾਂ ਦਮ ਦੇ ਉੱਤੇ ਉੱਥੇ ਜਾਵਾਂਗੇ। ਤਾਂ ਇਹ ਨੌਜਵਾਨੀ ਦੇ ਵਿੱਚ ਇੱਕ ਰੋਹ ਖੜਾ ਹੋ ਗਿਆ। ਜਿਹੜਾ ਉਹ ਰੋਹ ਸੀਗਾ, ਤਾਂ ਨੌਜਵਾਨੀ ਨੇ ਲੀਡਰਾਂ ਨੂੰ ਖਿਲਾਫ ਹੋ ਕੇ ਉਧਰ ਨੂੰ ਇੱਕ ਰੁੱਖ ਅਪਣਾ ਲਿਆ ਸਿੱਧਾ ਜਾਣ ਦਾ। ਕੁਛ ਨੇ ਜਿਹੜਾ ਹੈਗਾ ਜਿਹੜਾ ਰਿੰਗ ਰੋਡ 'ਤੇ ਜਾਣ ਦਾ। ਤਾਂ ਇੱਕ ਦੋ ਧਿਰਾਂ ਬਣ ਗਈਆਂ। ਹੁਣ ਉੱਥੇ ਜਿਹੜਾ ਆਗੂਆਂ ਨੇ ਪਹਿਲਾਂ ਭੜਕਾਇਆ ਸੀਗਾ ਜਾਂ ਕਹਿ ਲਓ ਵੀ ਪੰਪ ਕੀਤਾ ਸੀਗਾ, ਹੈ ਨਾ, ਉਵੇਂ ਦਾ। ਇਹ ਤਾਂ ਗੱਲ ਤਾਂ ਉੱਥੋਂ ਪੈਦਾ ਹੋਈ ਸੀਗੀ। ਚਲੋ
ਉਹ ਕੁਝ ਵੀ ਸੀਗਾ, ਕਿਵੇਂ ਵੀ ਸੀਗਾ, ਪਰ ਜਿਹੜੇ ਆਪਾਂ ਜਿੱਥੇ ਜਾਣਾ ਚਾਹੁੰਦੇ ਸੀ, ਜਿੱਥੇ ਜਾ ਕੇ ਸਰਕਾਰ ਤੇ ਪ੍ਰੈਸ਼ਰ ਬਣ ਸਕਦਾ ਸੀਗਾ, ਸਾਡੇ ਲੋਕ, ਸਾਡੇ ਟਰੈਕਟਰ, ਸਾਡੇ ਪੰਥਕ ਧਿਰਾਂ ਉੱਥੇ ਪਹੁੰਚ ਗਈਆਂ ਸੀਗੀਆਂ ਜਿੱਥੇ ਜਾਣਾ ਸੰਭਵ ਹੀ ਨਹੀਂ। ਅਸੀਂ ਐਡੀ ਵੱਡੀ ਆਪਦੀ ਸ਼ਕਤੀ ਦਾ ਪ੍ਰਦਰਸ਼ਨ ਕਰਤਾ ਕਿ ਅਸੀਂ ਉਹ ਚੀਜ਼ ਕਰ ਸਕਦੇ ਹਾਂ ਜਿਹੜੀ ਸੰਭਵ ਨਹੀਂ। 26 ਜਨਵਰੀ ਨੂੰ ਕਿਲੇ ਤੇ ਜਾਣਾ ਇਹ ਤਾਂ ਹੋ ਨਹੀਂ ਸਕਦਾ ਸੀਗਾ ਵੀ ਉੱਥੇ ਕਿਲੇ ਤੇ ਚਿੜੀ ਵੀ ਫਰਕ ਜੇ, ਪਰ ਲੋਕਾਂ ਨੇ ਦਿਖਾਤਾ ਵੀ ਅਸੀਂ ਪਹੁੰਚ ਸਕਦੇ ਹਾਂ। ਲੱਗਦਾ ਉਸ ਟਾਈਮ ਜਦੋਂ ਉੱਥੇ ਜਾ ਰਹੇ ਸੀਗੇ ਤਾਂ ਲੱਗ ਰਿਹਾ ਸੀਗਾ ਵੀ ਪ੍ਰਸ਼ਾਸਨ ਵੀ ਤੁਹਾਡਾ ਸਾਥ ਦਿੰਦਾ, ਕਿਤੇ ਨਾ ਕਿਤੇ ਨਜ਼ਰ ਆਉਂਦਾ। ਜਿਹੜਾ ਪ੍ਰਸ਼ਾਸਨ ਹੈ ਉਹ ਮੈਂ ਬਾਹਲਾ ਕਲੀਅਰ ਨਹੀਂ ਕਰ ਸਕਦਾ ਵੀ ਐਵੇਂ ਸਾਥ ਦੇ ਰਹੇ ਜਾਂ ਕਿਵੇਂ ਆ, ਪਰ ਸਾਨੂੰ ਇਹ ਚੀਜ਼ ਪਤਾ ਹੈਗਾ ਨਗਲੋਈ ਅਸੀਂ ਉੱਥੇ ਭਿੜਤ ਕੀਤੀ ਹੈ। ਮੈਂ ਟਿੱਕਰੀ ਤੋਂ ਚੱਲਿਆ ਸੀਗਾ ਤਾਂ ਉੱਥੋਂ ਵੀ ਅਸੀਂ ਬੈਰੀਕੇਡ ਤੋੜ ਕੇ ਲੋਕ ਅੰਦਰ ਲੰਘੇ ਨੇ, ਅਸੀਂ ਵੀ ਉੱਥੇ ਭਿੜਤ ਕੀਤੀ ਹੈ। ਕਿਉਂਕਿ ਜਦੋਂ ਸਾਨੂੰ ਪਤਾ ਲੱਗਿਆ, ਸਾਡਾ ਕੋਈ ਆਪਦਾ ਇਰਾਦਾ ਨਹੀਂ ਸੀਗਾ, ਮੈਂ ਉੱਥੇ ਜਥੇਬੰਦੀਆਂ ਦੇ ਅਕੋਰਡਿੰਗ ਹੀ ਰਿੰਗ ਰੋਡ ਤੇ ਜਾ ਰਿਹਾ ਸੀਗਾ ਕਿਉਂਕਿ ਸਾਨੂੰ ਸਮਝਦਾ ਸੀ ਵੀ ਜਿਵੇਂ ਇਹ ਕਹਿੰਦੇ ਨੇ ਉਵੇਂ ਹੀ ਕਰਨੇ। ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਲੋਕ ਉੱਥੇ ਪਹੁੰਚ ਗਏ, ਇਹ ਕਮਾਲ ਦੀ ਚੀਜ਼ ਹੋ ਗਈ, ਫਿਰ ਅਸੀਂ ਆਖਿਆ ਵੀ ਹੁਣ ਤਾਂ ਉੱਥੇ ਜਾਣਾ ਬਣਦਾ। ਇਹ ਚੀਜ਼ ਹੁਣ ਆਗੂਆਂ ਨੂੰ ਵੀ ਸਮਝਣੀ ਚਾਹੀਦੀ ਸੀਗੀ। ਜੇ ਲੋਕ ਉੱਥੇ ਪਹੁੰਚ ਸਕਦੇ ਨੇ ਲੱਖਾਂ, ਤਾਂ ਆਗੂ ਵੀ ਉੱਥੇ ਸਮਾਂ ਵਿਚਾਰਨਾ ਹੁੰਦਾ। ਪਹਿਲਾਂ ਚਾਹੇ ਆਪਣੀ ਚੀਜ਼ ਅਲੱਗ ਸੀ ਕਿ ਹਿੰਡ ਨਹੀਂ ਹੁੰਦੀ ਇਹਦੇ ਵਿੱਚ, ਕਿ ਅਸੀਂ ਇੱਥੇ ਕਹੇ ਨਹੀਂ ਜੀ ਅਸੀਂ ਤਾਂ ਹਿੰਡ ਦੀ ਅੜਨਾਗਾ। ਜੇ ਅਸੀਂ ਕਿਸੇ ਸ਼ਾਸਕ ਦੇ ਨਾਲ ਲੜਾਈ ਲੜ ਰਹੇ ਹਾਂ ਤੇ ਜੇ ਸਾਡਾ ਉਹਦੇ ਵਿੱਚ ਕੋਈ ਰਣਨੀਤੀ ਐਵੇਂ ਬਣਾਈ ਗਈ ਹੈ ਵੀ ਅਸੀਂ ਇੱਧਰਲੇ ਪਾਸੇ ਤੋਂ ਅਟੈਕ ਕਰਨਾ ਹੈ, ਆਗੂਆਂ ਨੇ, ਰਾਜੇ ਨੇ ਕਿਹਾ ਵੀ ਅਸੀਂ ਇੱਧਰਲੇ ਪਾਸੇ ਤੋਂ ਅਟੈਕ ਕਰਨਾ ਹੈ, ਪਰ ਸਾਡਾ ਅਟੈਕ ਉਧਰੋਂ ਸਫਲ ਨਹੀਂ ਹੁੰਦਾ, ਅਟੈਕ ਦੂਸਰੀ ਸਾਈਡ ਤੋਂ ਸਫਲ ਹੋ ਗਿਆ। ਅਸੀਂ ਦੂਸਰੀ ਪਾਸੇ ਤੋਂ ਕਿਲਾ ਭੰਨਣ ਨੂੰ, ਦੀਵਾਰ ਭੰਨਣ ਨੂੰ ਕਾਮਯਾਬ ਹੋ ਗਏ। ਤਾਂ ਹੁਣ ਸਾਡੇ ਸ਼ਾਸਕਾਂ ਨੂੰ, ਸਾਡੇ ਰਾਜੇ ਨੂੰ ਸਮਝਣਾ ਚਾਹੀਦਾ ਵੀ ਹੁਣ ਉਧਰ ਨੂੰ ਜਾਇਆ ਜਾਵੇ। ਜੇ ਸ਼ਾਇਦ ਉੱਥੇ ਪਹੁੰਚ ਜਾਂਦੇ, ਉਗਰਾਹਾਂ ਸਾਹਿਬ ਹੁਣ ਮੰਨ ਗਏ ਕਿ ਜੇ ਉੱਥੇ ਜਾ ਕੇ ਵਕਤ ਸਮਝਿਆ ਜਾਂਦਾ ਤਾਂ ਸ਼ਾਇਦ ਜਿਹੜਾ ਪ੍ਰੈਸ਼ਰ ਬਣ ਜਾਂਦਾ ਨਾ। ਪਹਿਲੀ ਗੱਲ ਤਾਂ ਦੇਖੋ, ਜਿਹੜਾ ਇਹ ਅੰਦੋਲਨ ਹੈ ਨੌਜਵਾਨਾਂ ਵੱਲੋਂ ਕੁਛ ਐ ਨਹੀਂ ਹੈਗਾ ਵੀ ਉੱਥੇ ਕੋਈ ਕਿਸੇ ਚੀਜ਼ ਨੂੰ ਨੁਕਸਾਨ ਪਹੁੰਚਾਇਆ ਜਾਂ ਜਿਹੜਾ ਝੰਡਾ ਹੈਗਾ ਉੱਥੇ ਸਾਡਾ ਕੌਮੀ ਝੰਡਾ ਝੂਲ ਰਿਹਾ ਉਸ ਨੂੰ ਕੋਈ ਨੁਕਸਾਨ ਪਹੁੰਚਾਇਆ। ਇਹ ਤਾਂ ਗੱਲਾਂ ਬਣਾਈਆਂ ਗਈਆਂ ਨੇ, ਐਵੇਂ ਦਾ ਕੁਝ ਨਹੀਂ ਕੀਤਾ। ਬੜਾ ਸ਼ਾਂਤਮਈ ਉਵੇਂ ਗਏ ਆ। ਹਾਂ, ਜਿਹੜਾ ਸਾਡੇ ਸਾਹਮਣੇ ਆਊ, ਪੁਲਿਸ ਆਊ, ਉਹਨੂੰ ਅਸੀਂ ਜ਼ਰੂਰ ਪਾਸੇ ਕਰਾਂਗੇ ਕਿਉਂਕਿ ਸਾਡਾ ਨਿਸ਼ਚਾ ਜਿੱਧਰ ਨੂੰ ਹੈਗਾ ਹੁਣ ਵੀ ਸੰਸਦ ਵਾਲਾ ਉਵੇਂ ਹੋਊਗਾ, ਤੁਸੀਂ ਦੇਖ ਲਿਓ। ਤੇ ਜੇ ਉੱਥੇ ਪਹੁੰਚ ਗਏ ਸੀ ਤਾਂ ਉਹਨਾਂ ਨੂੰ ਉੱਥੇ ਪਹੁੰਚਣਾ ਬਣਦਾ ਸੀਗਾ। ਪਰ ਗੱਲ ਕੀ ਹੋਈ, ਹਾਂ ਉੱਥੇ ਗੱਲ ਸੀਗੀ ਦੀਪ ਸਿੱਧੂ ਨੇ ਝੰਡਾ ਲਾਉਣ ਦਾ ਨਹੀਂ ਕਿਹਾ, ਨਾ ਲੱਖੇ ਨੇ ਕਿਹਾ, ਪਰ ਝੰਡਾ ਲਾਉਣਾ ਇੱਕ ਰੌਂ ਸੀਗਾ। ਅਸੀਂ ਝੰਡੇ ਗੱਡਦੇ ਆਏ ਹਾਂ, ਸਾਡਾ ਇਤਿਹਾਸ ਹੈ ਵੀ ਅਸੀਂ ਝੰਡਾ ਗੱਡ ਦਿੰਦੇ ਹਾਂ। ਪਰ ਉਹ ਜਿਹੜੇ ਲੋਕਾਂ ਨੇ ਝੰਡਾ ਲਾਇਆ ਸੀ, ਚਲੋ ਉਹਨਾਂ ਦਾ ਇੰਨਾ ਤਜਰਬਾ ਨਹੀਂ ਸੀਗਾ, ਜਦੋਂ ਆਗੂ ਉੱਥੇ ਨਹੀਂ ਪਹੁੰਚ ਪਾਏ ਤਾਂ ਕਰਕੇ ਉੱਥੋਂ ਵਾਪਸ ਆਉਣਾ ਪੈ ਗਿਆ। ਕੁਝ ਗ੍ਰਿਫਤਾਰੀਆਂ ਹੋ ਗਈਆਂ, ਕੁਝ ਲੋਕ ਵਾਪਸ ਆ ਗਏ, ਤਾਂ ਉੱਥੇ ਆਪਣਾ ਜੇ ਬੈਠ ਨਹੀਂ ਪਾਏ ਤਾਂ ਉਹ ਆਪਣੀ ਨਾਕਾਮਯਾਬੀ ਹੈ। ਇਹਨੂੰ ਆਪਾਂ ਕਾਮਯਾਬੀ ਸਮਝਦੇ ਹਾਂ, ਉਹਨੂੰ ਆਪਾਂ ਨਾਕਾਮਯਾਬੀ ਹੈ। ਜੇ ਆਪਾਂ ਉੱਥੇ ਪਹੁੰਚ ਗਏ ਵੀ ਉੱਥੋਂ ਖਾਲੀ ਹੱਥ ਆ ਗਏ, ਉੱਥੇ ਪਹੁੰਚਣਾ ਵੱਡੀ ਗੱਲ ਸੀ, ਉੱਥੇ ਜੇ ਬੈਠ ਜਾਂਦੇ ਤਾਂ ਹੋਰ ਵੀ ਵੱਡੀ ਗੱਲ ਹੋਣੀ ਸੀਗੀ। ਹੁਣ ਸਾਨੂੰ 26 ਤੋਂ ਸਿੱਖਿਆ ਲੈ ਕੇ ਚੱਲਣਾ ਪਊਗਾ, ਸਿੱਖਿਆ ਲੈ ਕੇ ਚੱਲਣਾ ਪਊਗਾ। ਸੰਸਦ ਦੀ ਬਹੁਤ ਵੱਡੀ ਕਾਲ ਹੈਗੀ, ਬਹੁਤ ਵਧੀਆ ਫੈਸਲਾ ਲਿਆ ਹੈਗਾ, ਹੈ ਨਾ। ਤੇ ਜਿਹੜਾ ਉੱਥੇ ਇੱਕ ਮੈਂ ਹੋਰ ਗੱਲ ਕਲੀਅਰ ਕਰ ਦਿਆਂ, ਨੈਸ਼ਨਲ ਮੀਡੀਆ ਨੇ ਪਹਿਲਾਂ ਗੱਲ ਨਹੀਂ ਚਲਾਈ ਸੀਗੀ ਵੀ ਉੱਥੇ ਝੰਡਾ ਲੱਗ ਗਿਆ। ਪਹਿਲਾਂ ਜੋ ਕੁਛ ਸਾਡੇ ਵਿੱਚ ਹੈਗੇ ਨੇ, ਧਰਮ ਨੂੰ ਨਹੀਂ ਮੰਨਣ ਵਾਲੇ ਲੋਕ ਨੇ, ਚਲੋ ਸਾਡਾ ਪਾਰਟ ਨੇ, ਅਸੀਂ ਚਾਹੁੰਦੇ ਹਾਂ ਵੀ ਇਕੱਠੇ ਹੋ ਕੇ ਚੱਲ ਗਏ, ਉਹਨਾਂ ਨੇ ਝੰਡੇ ਦੀ ਗੱਲ ਜ਼ਿਆਦਾ ਕੀਤੀ। ਜਦੋਂ ਤੁਸੀਂ ਜਿਹੜਾ ਪੈਂਤੜਾ ਹੈਗਾ ਹੈ ਨਾ, ਉਹ ਕੋਈ ਬਾਹਰੀ ਪੈਂਤੜਾ ਇੱਥੇ ਥੋਪੋਗੇ ਤਾਂ ਵਿਖੇੜਾ ਸ਼ੁਰੂ ਹੋਊਗਾ, ਪਾੜ ਸ਼ੁਰੂ ਹੋਊਗਾ। ਸਾਡਾ ਇਤਿਹਾਸ ਹੈ ਵੀ ਅਸੀਂ ਦਿੱਲੀ ਨੂੰ ਬਹੁਤ ਵਾਰੀ ਜਿੱਤਿਆ ਹੈਗਾ, ਸਾਨੂੰ ਪਤਾ ਹੈ ਵੀ ਇਹਨੂੰ ਕਿਵੇਂ ਜਾਣਾ ਹੈ, ਝੰਡੇ ਚੱਕ ਕੇ ਕਿਵੇਂ ਪਹੁੰਚਣਾ ਉੱਥੇ, ਸਾਨੂੰ ਕੋਈ ਰੋਕ ਨਹੀਂ ਸਕਦਾ। ਅਸੀਂ ਕਿਹੜਾ ਵੀ ਉਵੇਂ ਦੇ ਲੋਕ ਹੈਗੇ ਵੀ ਸਾਡਾ ਕੋਈ ਇਤਿਹਾਸ ਨਹੀਂ ਹੈਗਾ ਤੇ ਬਾਹਰੋਂ ਕਿਤੋਂ ਆ ਕੇ ਸਾਨੂੰ ਰਸ਼ੀਆ ਦਾ ਬੰਦਾ ਜਾਂ ਉੱਧਰ ਦਾ ਬੰਦਾ ਆ ਕੇ ਦੱਸੂਗਾ ਹਾਂਜੀ ਐਵੇਂ ਲੜਨਾ। ਜਿਹੜਾ ਇਸ ਖਿੱਤੇ ਦੇ ਵਿੱਚ ਆਪਾਂ ਬੈਠੇ ਹਾਂ, ਇੱਥੋਂ ਦੀ ਰਣਨੀਤੀ ਨੂੰ ਦੇਖਣਾ ਪਊਗਾ, ਇਤਿਹਾਸ ਦੇਖਣਾ ਪਊਗਾ ਵੀ ਇੱਥੇ ਲੜਾਈਆਂ ਕਿਵੇਂ ਦੀਆਂ ਹੋਈਆਂ ਨੇ, ਕਿਵੇਂ ਇਹਨਾਂ ਨੂੰ ਜਿੱਤਿਆ ਗਿਆ ਹੈਗਾ, ਹੈ ਨਾ। ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ, ਇੱਥੇ ਨਾਲ ਕੁਰੂਕਸ਼ੇਤਰ ਪੈਂਦਾ, ਇੱਥੇ ਮਹਾਭਾਰਤ ਹੋਈ ਹੈ। ਹਿੰਦੂਆਂ ਦਾ ਵੀ ਇੱਥੇ ਵੱਡਾ ਲੜਾਈ ਦਾ ਸਥਾਨ ਹੈ ਨਾ, ਇੱਥੇ ਮਹਾਭਾਰਤ ਹੋਈ ਹੈ ਸਭ ਤੋਂ ਵੱਡੀ ਲੜਾਈ। ਤਾਂ ਇਹ ਲੋਕ ਉਹ ਨਹੀਂ ਹੈਗੇ ਵੀ ਜਿਨ੍ਹਾਂ ਦਾ ਕੋਈ ਇਤਿਹਾਸ ਹੀ ਨਹੀਂ ਹੈਗਾ, ਚਾਹੇ ਹਿੰਦੂ ਹੈ ਚਾਹੇ ਸਿੱਖ ਹੈ। ਇਹ ਲੋਕ ਧਰਮ ਦਾ ਝੰਡਾ ਲੈ ਕੇ, ਧਰਮ ਨੂੰ ਓਟ ਆਸਰਾ ਲੈ ਕੇ ਹੀ ਅੱਗੇ ਵਧਣਗੇ। ਜਿਨ੍ਹਾਂ ਵਿੱਚੋਂ ਤੁਸੀਂ ਧਰਮ ਨੂੰ ਪਾਸੇ ਕੱਢੋਗੇ, ਜ਼ੀਰੋ ਹੋ ਜਾਣਗੇ। ਤੇ ਹੁਣ ਤੁਹਾਨੂੰ ਲੱਗਦਾ ਵੀ 26 ਤਰੀਕ ਤੋਂ ਬਾਅਦ, 26 ਤਰੀਕ ਨੂੰ ਜੋ ਕੁਝ ਵੀ ਹੋਇਆ, ਨੌਜਵਾਨ ਇੱਕ ਵਾਰ ਨਿਰਾਸ਼ ਹੋਏ, ਨੌਜਵਾਨ ਜਿਵੇਂ ਕਿਹਾ ਗਿਆ ਵੀ ਨੌਜਵਾਨ ਪਿੱਛੇ ਹੋ ਗਏ, ਹੁਣ ਕੀ ਸਥਿਤੀ ਹੈ ਮੋਰਚੇ? ਹੁਣ ਦੇਖੋ ਜੀ, ਇਹਨਾਂ ਨੇ ਬਹੁਤ ਵੱਡਾ ਫੈਸਲਾ ਲੈ ਲਿਆਗਾ ਵੀ ਲੱਖੇ ਨੂੰ ਦੁਬਾਰਾ ਐਂਟਰ ਕਰ ਲਿਆ ਗਿਆ, ਹੈ ਨਾ। ਉਹ ਵੀ ਇੱਕ ਨੌਜਵਾਨ ਹੈ, ਮੈਂ ਬਹੁਤ ਵੱਡਾ ਲੀਡਰ ਨਹੀਂ ਕਹੂੰਗਾ, ਉਹ ਵੀ ਇੱਕ ਨੌਜਵਾਨ ਹੈ, ਨੌਜਵਾਨਾਂ 'ਚੋਂ ਨੌਜਵਾਨ। ਸੇਮ ਜਿਵੇਂ ਦੂਸਰੇ ਨੌਜਵਾਨਾਂ ਨੂੰ ਮੈਡਲ ਪਾਏਗੇ ਗਦਾਰੀ ਦੇ, ਉਵੇਂ ਲੱਖੇ ਨੂੰ ਪਾਏਗੇ। ਜੇ ਹੁਣ ਲੱਖੇ ਨੂੰ ਵਿੱਚ ਲੈ ਲਿਆ ਤਾਂ ਇਸ ਚੀਜ਼ ਸਮਝਣੀ ਪਊਗੀ ਵੀ ਜਿਹੜੇ ਹਰ ਇੱਕ ਨੌਜਵਾਨ ਜਿਹੜਾ ਨਿਰਾਸ਼ ਹੋਇਆ ਸੀ, ਉਹਨੂੰ ਸਾਰਿਆਂ ਨੂੰ ਆਗੂਆਂ ਨੇ ਕਲਾਵੇ 'ਚ ਲੈ ਲਿਆ, ਬੁੱਕਲ 'ਚ ਲੈ ਲਿਆ। ਹੁਣ ਸਾਨੂੰ ਅੱਗੇ ਦਾ ਦੇਖਣਾ ਚਾਹੀਦਾ।
ਵੀ ਸੰਸਦ ਦੀ ਕਾਲ ਨੂੰ ਕਿਵੇਂ ਕਾਮਯਾਬ ਕਰਨਾ ਹੈ। ਲੱਖੇ ਦੀ ਇੰਟਰਵਿਊ ਵੀ ਆਈ ਹੈਗੀ 10 ਤਰੀਕ ਨੂੰ KMP ਦੇ ਇੱਥੇ ਪਹੁੰਚ ਰਿਹਾ ਹੈਗਾ, ਉਹਦੇ ਨਾਲ ਸਹਿਯੋਗ ਦੇ ਕੇ ਇੱਥੇ KMP ਦਾ ਜਿਹੜਾ 24 ਘੰਟੇ ਰੋਕਣੀ ਹੈ ਉਹਨੂੰ ਸਫਲ ਬਣਾਉਣ ਵਾਸਤੇ ਨੌਜਵਾਨਾਂ ਨੂੰ ਬਹੁਤ ਵੱਡੇ ਹੱਦ ਤੱਕ ਪਹੁੰਚਣਾ ਪਊਗਾ। ਸਾਨੂੰ ਸਮਝਣਾ ਪਊਗਾ ਕਿ ਸਾਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਪੰਜਾਬ ਨੂੰ। ਪਹਿਲਾਂ ਸ਼ੁਰੂ ਤੋਂ ਲੈ ਕੇ ਇਤਿਹਾਸ ਹੈ ਪੰਜਾਬ ਨੂੰ ਵੱਖਵਾਦੀ ਅੱਤਵਾਦੀ ਕਹਿੰਦੀ ਆਏ ਨੇ। ਸਾਡੇ ਪੰਜਾਬ ਦੇ ਸਿਰ ਸਰਦਾਰੀ ਦਿੱਤੀ ਹੈ। ਹਰਿਆਣੇ ਨੇ ਵੀ ਵੱਡਾ ਭਰਾ ਕਿਹਾ ਹੈਗਾ, ਹੋਰ ਸਟੇਟਾਂ ਨੇ ਵੀ ਇਹ ਸਰਦਾਰ ਆਏ ਨੇ, ਇਹ ਮੋਦੀ ਨੂੰ ਫੜ ਕੇ ਗੋਡਿਆਂ ਭਰਨੇ ਕਰਨਗੇ। ਇੱਕ ਰੁਤਬਾ ਦਿੱਤਾ ਹੈ ਨਾ ਸਾਨੂੰ, ਤਾਂ ਸਾਨੂੰ ਦੇਖਣਾ ਪਊਗਾ ਉਹ ਸਰਦਾਰੀ ਨੂੰ ਕਾਇਮ ਰੱਖਣ ਵਾਸਤੇ ਲੜਾਈ ਨੂੰ ਜਿੱਤਣਾ ਪਊਗਾ ਹਰ ਹਾਲ ਦੇ ਵਿੱਚ। ਛੋਟੀਆਂ ਛੋਟੀਆਂ ਗੱਲਾਂ ਨੂੰ ਨਿੱਜਾਂ ਨੂੰ ਭੁੱਲਣਾ ਪਊਗਾ। ਕੱਲੀ ਸਰਦਾਰੀ ਨਹੀਂ, ਸਾਡੀਆਂ ਨਸਲਾਂ ਫਸਲਾਂ ਬਚਾਉਣ ਦੀ ਇਹ ਲੜਾਈ ਆ, ਹੋਂਦ ਬਚਾਉਣ ਦੀ ਲੜਾਈ ਹੈ। ਜੇ ਕੋਈ ਨਾ ਸਮਝੇਗਾ, ਕੋਈ ਬੰਦਾ ਵਿਰੋਧ ਕਰ ਰਿਹਾ ਕਿ ਨਹੀਂ ਜੀ ਸਾਡਾ ਤਾਂ ਇਹ ਅੰਦੋਲਨ ਨਹੀਂ, ਅਸੀਂ ਕਿਸਾਨ ਨਹੀਂ, ਉਹਨਾਂ ਨੂੰ ਇਗਨੋਰ ਕਰਨਾ ਪਊਗਾ। ਜ਼ਰੂਰੀ ਨਹੀਂ ਸਾਰਿਆਂ ਨੂੰ ਪਤਾ ਹੋਵੇ, ਸਾਨੂੰ ਪਤਾ ਨਾ, ਤਾਂ ਸਾਡਾ ਫਰਜ਼ ਬਣਦਾ ਉਹਨਾਂ ਵਾਸਤੇ ਕੰਮ ਕਰਨਾ। ਪ੍ਰਧਾਨ ਮੰਤਰੀ ਲੋਕਾਂ ਦਾ ਹੁੰਦਾ ਹੈ ਨਾ, ਉਹ ਲੋਕਾਂ ਦੀ ਗੱਲ ਨਹੀਂ ਸੁਣ ਰਿਹਾ, ਉਹ ਕਾਰਪੋਰੇਟ ਦੀ ਗੱਲ ਸੁਣ ਰਿਹਾ, ਕਾਰਪੋਰੇਟ ਦੀ, ਉਹ ਤਾਂ ਕਾਰਪੋਰੇਟ ਦਾ ਹੈਗਾ। ਤਾਂ ਸਾਨੂੰ ਲੋਕਾਂ ਦੀ ਗੱਲ ਰੱਖਣੀ ਪਊ, ਲੋਕਾਂ ਵਾਸਤੇ ਸਾਨੂੰ ਜਿੱਤਣਾ ਪਊਗਾ। ਕਿਉਂਕਿ ਜਿਹੜਾ ਇਹ ਰਾਸ਼ਟਰਵਾਦ ਕਰ ਰਹੇ ਨੇ ਹੈ ਨਾ, ਇਹ ਲੋਕ ਵੀ ਉਹਦਾ ਅੰਗ ਹੁੰਦੇ ਨੇ। ਜੇ ਲੋਕ ਹੀ ਨਹੀਂ ਹੈਗੇ ਤਾਂ ਫਿਰ ਰਾਸ਼ਟਰਵਾਦ ਕਾਹਦਾ? ਪਹਿਲਾਂ ਤਾਂ ਲੋਕ ਨੇ ਨਾ, ਜਿੱਥੇ ਜਨਸੰਖਿਆ ਹੋਣੀ ਜ਼ਰੂਰੀ ਹੈ। ਇਹ ਜਨਸੰਖਿਆ ਦੀ ਗੱਲ ਹੀ ਨਹੀਂ ਸੁਣ ਰਹੇ। ਹੁਣ ਸੰਸਦ ਦੀ ਜਿਹੜੀ ਕਾਲ ਹੈ, ਸੰਸਦ ਦੀ ਕਾਲ ਬਹੁਤ ਵੱਡੀ ਹੈ ਵੀ ਸੰਸਦ ਵੱਲ ਕੂਚ ਕਰਨਾ ਸੀ, ਉੱਥੇ ਤੱਕ ਪਹੁੰਚਣਾ ਹੈ। ਕਿਉਂਕਿ ਇਸ ਤੋਂ ਵੱਡੀ ਮੇਰੇ ਖਿਆਲ ਨਾਲ ਹੋਰ ਕੋਈ ਕਾਲ ਨਹੀਂ ਹੋ ਸਕਦੀ। ਜੇ ਸੰਸਦ ਦੀ ਕਾਲ ਨਹੀਂ ਹੋਊਗੀ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਜੇ ਗੱਲ ਕਰੀਏ, ਇਸ ਵੇਲੇ ਵੀ ਪ੍ਰਧਾਨ ਮੰਤਰੀ ਸਾਹਿਬ ਭਾਜਪਾ ਦੇ ਸਥਾਪਨਾ ਦੀ ਵਧਾਈਆਂ ਦੇ ਰਹੇ ਨੇ ਵੀ 41 ਸਾਲ ਪੂਰੇ ਹੋ ਗਏ ਤੇ ਉਹਦੀਆਂ ਵਧਾਈਆਂ ਦੇ ਰਹੇ ਨੇ, ਪਰ ਇਕੱਠ ਦੀ ਕਿਤੇ ਗੱਲ ਕਰਦੇ ਨਜ਼ਰ ਨਹੀਂ ਆਉਂਦੇ। ਜੇ ਇਸ ਅੰਦੋਲਨ ਦੀ ਗੱਲ ਕਰੀਏ, ਉਹਦੀ ਗੱਲ ਕਰਦੇ ਕਿਤੇ ਨਜ਼ਰ ਨਹੀਂ ਆਉਂਦੇ। ਲੱਗਦਾ ਹੈ ਵੀ ਕਿਤੇ ਨਾ ਕਿਤੇ ਸਰਕਾਰ ਤੱਕ ਗੱਲ ਪਹੁੰਚ ਰਹੀ ਹੈ, ਸਰਕਾਰ ਸੁਣ ਰਹੀ ਹੈ, ਪਰ ਫਿਰ ਵੀ ਅਣਦੇਖਿਆ ਜ਼ਰੂਰ ਕਰੀ ਜਾਂਦੀ। ਦੇਖੋ ਜੀ, ਉਹ ਜੋ ਸਾਡਾ ਹੈ ਨਹੀਂ, ਉਹਨੇ ਸਾਡੀ ਗੱਲ ਕੀ ਸੁਣਨੀ ਹੈ? ਉਹ ਉਹਨਾਂ ਦੇ ਪ੍ਰੈਸ਼ਰ ਥੱਲੇ ਹੈ ਨਾ। ਜੇ ਉਹ ਸਾਡਾ ਹੁੰਦਾ ਤਾਂ ਸਾਡੀ ਗੱਲ ਸੁਣਦਾ। ਉਹ ਪਤਾ ਨਹੀਂ ਉਹਨੇ ਕੀ ਰਿਸ਼ਵਤ ਲਈ ਆ ਅਦਾਨੀਆਂ ਅਵਾਨੀਆਂ ਤੋਂ, ਜਿਹੜੇ ਨੈਸ਼ਨਲ ਚੈਨਲ ਵੀ ਉਹਦੇ ਹੋ ਗਏ, ਉਹਨਾਂ ਦੇ ਚਲਾਏ ਹੋਏ ਚੈਨਲ ਵੀ ਉਹਦੇ ਨੇ, ਉਹਨਾਂ ਦੀ ਗੱਲ ਬੋਲਦੇ ਨੇ। ਇੱਥੇ ਅਸੀਂ ਬੈਠੇ ਹਾਂ, ਤੁਸੀਂ ਦੇਖਿਆਗਾ ਵੀ ਨੈਸ਼ਨਲ ਚੈਨਲ 'ਤੇ ਕੋਈ ਨਿਊਜ਼ ਚੱਲ ਰਹੀ ਹੋਵੇ ਵੀ ਇੱਥੇ ਕਿਸਾਨ ਬੈਠੇ ਹੋਏ ਨੇ, ਕੀ ਬਣ ਰਿਹਾ ਹੈਗਾ? ਤਾਂ ਇਹ ਸਾਰੇ ਇਹ ਕਾਰਪੋਰੇਟ ਘਰਾਣੇ ਦੇ ਨੇ, ਤਾਂ ਕਰਕੇ ਉਹਨਾਂ ਦੀ ਗੱਲ ਸੁਣ ਰਹੇ ਨੇ। ਜਿੱਦਾਂ ਸਾਡੀ ਗੱਲ ਸੁਣੂਗਾ ਉਦੋਂ ਅਸੀਂ ਕਹਾਂਗੇ ਹਾਂਜੀ ਸਾਡਾ ਗਾ। ਇਹ ਉਹਨਾਂ ਦੀ ਮਾੜੀ ਗੱਲ ਹੈ, ਸੁਣਨਾ ਚਾਹੀਦਾ ਲੋਕਾਂ ਨੂੰ। ਕਿ ਹੁਣ ਲਾਮਬੰਦੀ ਕਰ ਰਹੇ ਹੋ ਨੌਜਵਾਨਾਂ ਦੀ ਤੁਸੀਂ ਵੀ ਆਪਣੇ ਪੱਧਰ ਤੇ? ਅਸੀਂ ਆਪਣੇ ਪੱਧਰ ਤੇ ਲੱਗੇ ਹੋਇਆਂਗੇ। ਪਹਿਲਾਂ ਤਾਂ ਸਾਡਾ ਹੁਣ ਟਾਰਗੇਟ ਹੈਗਾ KMP, ਜਿਹੜਾ ਸਾਡੇ ਲੀਡਰਾਂ ਨੇ ਸੰਯੁਕਤ ਮੋਰਚੇ ਨੇ ਦਿੱਤਾ ਹੈਗਾ 10 ਤਰੀਕ ਨੂੰ। ਉਹਦੇ ਤੇ ਜੇ ਕੋਈ ਲੱਖਾ ਜੱਥਾ ਲੈ ਕੇ ਆਉਂਦਾ ਜਾਂ ਵੈਸੇ ਨੌਜਵਾਨ ਇੱਥੇ ਪਹੁੰਚਦੇ ਨੇ, ਉਹਨਾਂ ਦੇ ਰਹਿਣ ਸਹਿਣ ਦਾ ਕਰਨਾ। ਘੱਟ ਤੋਂ ਘੱਟ ਵੀ ਉਮੀਦ ਹੈਗੀ ਵੀ ਹਜ਼ਾਰਾਂ ਦੇ ਵਿੱਚ ਨੌਜਵਾਨ ਇੱਥੇ ਪਹੁੰਚੂ, ਤਾਂ ਉਹਨਾਂ ਵਾਸਤੇ ਰਹਿਣ ਸਹਿਣ ਦਾ ਕਿਵੇਂ ਕਰਨਾ ਹੈ। ਫਿਰ KMP ਤੇ ਧਰਨਾ ਹੈ, ਉੱਥੇ ਖਾਣੇ ਪਾਣੀ ਦਾ ਕਿਵੇਂ ਕਰਨਾ ਹੈਗਾ, ਕਿਉਂਕਿ ਧਰਨਾ ਆਪਣਾ ਥੋੜ੍ਹਾ ਅੱਗੇ ਹੈ, KMP ਹਲਕਾ ਜਿਹਾ ਪੂਛਤੇ ਹੈ, ਪਿੱਛੇ ਹੈ ਨਾ, ਉਹ ਚੀਜ਼ ਦੀ ਕਰਨੀ ਅੱਗੇ। ਫਿਰ ਦੂਜੀ ਗੱਲ ਹੈਗੀ ਸੰਸਦ ਦੀ ਕਾਲ। ਸੰਸਦ ਵਾਸਤੇ ਸਾਨੂੰ ਨੌਜਵਾਨਾਂ ਨੂੰ ਅੱਗੇ ਲੱਗਣਾ ਪਊਗਾ। ਵੱਡੀ ਲਾਮਬੰਦੀ ਕਰਨ ਦੀ ਜ਼ਰੂਰਤ ਹੈ। ਹਰ ਇੱਕ ਬੰਦੇ ਨੂੰ ਗਿਲੇ ਭੁੱਲ ਕੇ ਆਉਣਾ ਪਊਗਾ। ਬੇਸ਼ੱਕ ਲੱਖ ਸਾਨੂੰ ਕਿਸੇ ਨੇ ਮਾੜਾ ਕਿਹਾ ਜਾਂ ਸਾਡੇ ਤੋਂ ਕੋਈ ਗਲਤੀਆਂ ਹੋਈਆਂ ਨੇ, ਤਾਂ ਉਹ ਲੀਡਰਾਂ ਨੂੰ ਵੀ ਭੁੱਲਣੀਆਂ ਪੈਣਗੀਆਂ। ਸਾਰੇ ਇਹ ਤੋਂ ਸਿੱਖਣਾ ਜ਼ਰੂਰ ਹੈ, ਪਰ ਭੁਲਾ ਕੇ ਇਕੱਠੇ ਹੋ ਕੇ ਸਾਨੂੰ ਅੱਗੇ ਵਧਣਾ ਪਊਗਾ। ਜਦੋਂ ਅਸੀਂ ਅੱਗੇ ਵਧਾਂਗੇ, ਬੈਰੀਕੇਡ ਤੋੜਾਂਗੇ, ਤਾਂ ਕੁਛ ਨਾ ਕੁਛ ਤਾਂ ਹੋਊਗਾ ਉੱਥੇ। ਤਾਂ ਉਹ ਚੀਜ਼ ਨੂੰ ਵੀ ਸਹਿਣ ਕਰਨਾ ਪਊਗਾ। ਰਾਜੇਵਾਲ ਸਾਹਿਬ ਦਾ ਵੱਡਾਪਣ ਹੈ, ਬੜੱਪਣ ਹੈਗਾ। ਉਹਨਾਂ ਨੇ ਕਿਹਾ ਵੀ ਅਸੀਂ ਹੱਥ ਬੰਨ੍ਹ ਕੇ ਜਾਵਾਂਗੇ, ਅਸੀਂ ਕੋਈ ਤੋੜ ਭੰਨ ਨਹੀਂ ਕਰਾਂਗੇ, ਗ੍ਰਿਫਤਾਰੀਆਂ ਦੇ ਦਿਆਂਗੇ। ਪਰ ਉਹ ਸਾਡੇ ਆਗੂ ਨੇ, ਅਸੀਂ ਉਹਨਾਂ ਨੂੰ ਗ੍ਰਿਫਤਾਰ ਹੋਣ ਨਹੀਂ ਦਿੰਦੇ। ਸਾਡੇ ਹੁੰਦੇ ਸਾਡੇ ਕੋਈ ਆਗੂ ਨੂੰ ਹੱਥ ਲਾ ਜੇ, ਇਹ ਪੁਲਿਸ ਦੀ ਜਾਂ ਮੋਦੀ ਦੀ ਕਿਸੇ ਦੀ ਸੈਨਾ ਦੀ ਮਜਾਲ ਨਹੀਂ ਹੈਗੀ। ਤਾਂ ਜੇ ਉਹਨਾਂ ਨੂੰ ਗ੍ਰਿਫਤਾਰ ਕਰਨਗੇ ਤਾਂ ਅਸੀਂ ਆਪਦਾ ਦਮ ਦਿਖਾਵਾਂਗੇ। ਸਾਡੇ ਹੁੰਦੇ ਉਹ ਇਹੋ ਜਿਹਾ ਕੁਛ ਹੋਣ ਨਹੀਂ ਦੇਵਾਂਗੇ ਅਸੀਂ। ਇੱਕ ਪਾਸੇ ਇਹ ਕਿਹਾ ਜਾ ਰਿਹਾ ਵੀ ਸ਼ਾਂਤਮਈ ਢੰਗ ਦੇ ਨਾਲ ਉੱਥੇ ਜਾਵਾਂਗੇ, ਪੈਦਲ ਜਾਵਾਂਗੇ। 6 ਘੰਟੇ ਦੀ ਵਾਟ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, 6 ਘੰਟੇ ਦੀ ਵਾਟ ਆ ਉੱਥੇ ਜਾਣ ਦੀ, ਤੇ ਪੈਦਲ ਜਾਣਾ। ਤੇ ਪੁਲਿਸ ਤਾਂ ਫਿਰ ਉਵੇਂ ਖੜੀ ਹੋਊਗੀ ਜਿਵੇਂ 26 ਤਰੀਕ ਨੂੰ ਖੜੀ ਸੀ ਪੁਲਿਸ, ਫਿਰ ਉਸੇ ਤਰੀਕੇ ਨਾਲ ਬੈਰੀਗੇਡ ਲਾ ਕੇ ਖੜੀ ਹੋਊਗੀ। ਉੱਥੇ ਵੀ ਫਿਰ ਬੈਰੀਗੇਡ ਪਾਸੇ ਕਰਕੇ ਹੀ ਜਾਣਾ ਪਊਗਾ। ਉੱਥੇ ਫਿਰ ਤਾਂ ਨਹੀਂ ਵੀ ਕਹਿ ਦਿੱਤਾ ਜਾਊਗਾ ਆ ਦੇਖੋ ਜੀ ਆਤੰਕਵਾਦੀ ਆ ਗਏ। ਦੇਖੋ ਜੀ, ਪਹਿਲਾਂ ਅਸੀਂ 26 ਨੂੰ ਸਿੱਧ ਕਰਤਾ ਵੀ ਸਾਨੂੰ ਕੋਈ ਬੈਰੀਗੇਡ ਕੋਈ ਰੋਕ ਨਹੀਂ ਸਕਦੇ। ਜੇ ਅਸੀਂ ਕਿਲੇ ਤੱਕ ਪਹੁੰਚ ਸਕਦੇ ਤਾਂ ਸੰਸਦ ਵੀ ਕੋਈ ਦੂਰ ਨਹੀਂ, ਅਸੀਂ ਪਹੁੰਚਾਂਗੇ। ਦੂਸਰਾ, ਇਹ ਕਿਵੇਂ ਦੀ ਰਣਨੀਤੀ ਬਣਾਉਂਦੇ ਨੇ, 26 ਤੋਂ ਸਿੱਖਣਾ ਪਊਗਾ ਵੀ ਇਹਦੇ ਵਿੱਚ ਕੋਈ ਦੋ ਫਾੜ ਨਾ ਹੋਵੇ, ਦੋ ਧਿਰਾਂ ਨਾ ਬਣਨ। ਇੱਕੋ ਹੀ ਸਾਡਾ ਟਾਰਗੇਟ ਹੈ ਸੰਸਦ, ਬਸ ਉੱਥੇ ਪਹੁੰਚਣਾ ਹੈ। ਕਿਵੇਂ ਪਹੁੰਚਦਾ ਜ਼ਿਆਦਾ ਸਾਨੂੰ ਆਗੂ ਦੱਸਣਗੇ, ਕਿਵੇਂ ਪਹੁੰਚਣਾ ਹੈ, ਕਿਵੇਂ ਦੀ ਅਸੀਂ ਉਹਦੇ 'ਚ ਰਣਨੀਤੀ ਬਣਾਉਣੀ ਹੈ। ਅੱਗੇ ਪੈਦਲ ਹੋਣਗੇ, ਪਿੱਛੇ ਰਾਸ਼ਨ 6 ਘੰਟਿਆਂ ਦਾ ਉੱਥੇ ਬੈਠਣਾ ਹੈ, ਵਾਪਸ ਨਹੀਂ ਆਉਣਾ ਨਾ, ਬੈਠਣਾ ਹੈਗਾ ਉੱਥੇ। ਤਾਂ ਰਾਸ਼ਨ ਪਾਣੀ ਲਿਜਾਣ ਵਾਸਤੇ ਟਰੈਕਟਰ ਟਰਾਲੀਆਂ ਵੀ ਜ਼ਰੂਰ ਹੋਣਗੀਆਂ। ਇਹ ਚੀਜ਼ ਤੈਅ ਹੋ ਚੁੱਕੀ ਹੈ ਵੀ ਉੱਥੇ ਬੈਠਣਾ, ਵਾਪਸ ਨਹੀਂ ਆਉਣਾ।
ਇਹ ਚੀਜ਼ ਤਾਂ ਤੈਅ ਹੈ ਨਾ, ਫਿਰ ਉੱਥੇ ਘਰਾਓ ਕਰਨਾ ਉਦੋਂ ਤੱਕ ਹੀ ਕਰਨਾ ਨਾ। ਵੱਡੀ ਕਾਲਜ ਉੱਥੇ ਜਾ ਕੇ ਆ ਕੇ ਫਿਰ ਤਾਂ ਕੁਝ ਵੀ ਨਹੀਂ ਰਹਿਣਾ ਨਾ। ਜੇ ਫਿਰ ਕਿਸਾਨ ਏਕਤਾ ਮੋਰਚਾ ਵਾਲਿਆਂ ਨੇ ਕਹਿਤਾ ਵੀ ਨਹੀਂ ਅਸੀਂ ਵਾਪਸ ਆ ਜਾਾਂਗੇ, ਤੇ ਫਿਰ ਨੌਜਵਾਨ ਕੀ ਕਹਿਣਗੇ ਉੱਥੇ? ਫਿਰ ਇੱਕ ਵਾਰ ਦੁਬਾਰਾ ਤਾਂ ਨਹੀਂ ਆਪਸ ਚਨਬਨ ਹੋ ਜਾਊਗੀ ਆਗੂਆਂ ਦੇ ਵਿੱਚ ਤੇ ਨੌਜਵਾਨਾਂ ਦੇ ਵਿੱਚ ਵੀ? ਨੌਜਵਾਨ ਕਹਿਣ ਨਹੀਂ ਤਾਂ ਅਸੀਂ ਤਾਂ ਬੈਠਣਾ ਇੱਥੇ, ਤੇ ਆਗੂ ਕਹਿਣ ਵੀ ਨਹੀਂ ਚਲੋ ਵਾਪਸ। ਫਿਰ ਤਾਂ ਜੀ ਜੇ ਉੱਥੇ ਜਾ ਕੇ ਉੱਥੇ ਗੇੜਾ ਦੇ ਕੇ ਮੁੜਨਾ ਹੈ, ਫਿਰ ਤਾਂ ਇਹ ਜਿਹੜਾ ਅੰਦੋਲਨ ਦੀ ਆਤਮ ਹੱਤਿਆ ਕਰਨਾ ਹੋਊਗਾ। ਇਹ ਪਹਿਲੀ ਸਮਝ ਲੈਣਾ ਚਾਹੀਦਾ ਗਾ। ਫਿਰ ਉੱਥੇ ਮੈਨੂੰ ਤਾਂ ਲੱਗਦਾ ਗਾ ਵੀ ਅਸੀਂ ਤਾਂ ਜਿਹੜਾ ਉੱਥੋਂ ਵਾਪਸ ਆ ਰਿਹਾ ਹੋਊਗਾ ਉਹ ਕਾਨੂੰਨ ਰੱਦ ਕਰਾਉਣ ਦੇ ਹੱਕ 'ਚ ਨਹੀਂ ਹੋਊਗਾ। ਅਸੀਂ ਵੇਟ ਕਰਾਂਗੇ ਵੀ ਕੌਣ ਨਿਕਲਦਾ, ਕੌਣ ਉੱਥੇ ਬਿਠਾਉਂਦਾ ਗਾ। ਸੰਯੁਕਤ ਮੋਰਚੇ ਦੇ ਵਿੱਚ ਲੀਡਰ ਘਾਟ ਵੀ ਪੁਰਜੇ ਖਰਾਬ ਵੀ ਬੜੇ ਨੇ ਤੇ ਚੰਗੇ ਵੀ ਬਹੁਤ ਨੇ, ਬਹੁਤ ਵੱਡੇ ਸੂਝਵਾਨ ਵੀ ਨੇ, ਹੈ ਨਾ। ਵੱਡੇ ਅੰਦੋਲਨ ਲੜੇ ਨੇ। ਸਾਨੂੰ ਉਮੀਦ ਹੈਗਾ ਵੀ ਇਹ ਜਿਹੀ ਕੀ ਕੁਝ ਵੀ ਨਹੀਂ ਹੋਊਗਾ। ਉੱਥੇ ਬੈਠਣਾ ਹੈ, ਸਾਨੂੰ ਪਤਾ ਹੈ ਉਹਨਾਂ ਦਾ ਏਜੰਡਾ ਕੀ ਹੈਗਾ, ਕਾਨੂੰਨ ਰੱਦ ਕਰਾਉਣਾ ਹਰ ਇੱਕ ਬੰਦੇ ਦਾ ਏਜੰਡਾ ਇਹ ਹੈਗਾ, ਤਾਂ ਉੱਥੇ ਬੈਠਣਾ ਹੀ ਪਊਗਾ। ਤੇ ਜਦੋਂ ਤੱਕ ਰੱਦ ਨਹੀਂ ਹੁੰਦੇ ਉਦੋਂ ਤੱਕ ਉੱਥੇ ਬੈਠਾਂਗੇ। ਸਮਾਂ ਵਾਧੂ ਹੈ, ਹਲੇ 1 ਮਹੀਨੇ ਦਾ ਟਾਈਮ ਪਿਆ। ਕਿ ਇਹਦੇ ਵਿੱਚ ਆਪਸ ਦੇ ਵਿੱਚ ਸਹਿਮਤੀ ਵੀ ਹੋ ਸਕਦੀ ਹੈ ਨੌਜਵਾਨਾਂ ਦੀ ਤੇ ਕਿਸਾਨ ਆਗੂਆਂ ਦੀ? ਜਿਵੇਂ ਤੁਸੀਂ ਸਹਿਯੋਗ ਟੀਮ ਬਣਾਈ ਹੋਈ ਹੈ ਆਪਣੀ, ਕਿ ਉਹ ਜਾ ਕੇ ਇਹ ਗੱਲਬਾਤ ਕਰਨਗੇ ਵੀ ਹੁਣ ਕੀ ਰਣਨੀਤੀ ਬਣਾਉਣੀ ਆ, ਉੱਥੇ ਬੈਠਣਾ ਹੈ ਜਾਂ ਨਹੀਂ ਬੈਠਣਾ, ਜਾਂ ਵਾਪਸ ਵੀ ਆਉਣਾ ਹੈ? ਤਾਂ ਇਸ ਚੀਜ਼ ਦੇ ਉੱਤੇ ਸਹਿਮਤੀ ਇੱਥੋਂ ਹੀ ਪ੍ਰਗਟਾ ਕੇ ਪਹਿਲਾਂ ਪਹੁੰਚਿਆ ਜਾਵੇ ਤਾਂ? ਦੇਖੋ ਜੀ, ਇਸ ਦੇ ਲਈ ਸੰਯੁਕਤ ਮੋਰਚਾ ਮੀਟਿੰਗਾਂ ਕਰ ਰਿਹਾ। ਮੇਰੇ ਖਿਆਲ ਨਾਲ ਬੀਤੇ ਦਿਨ 4 ਤਰੀਕ ਨੂੰ ਲੁਧਿਆਣੇ ਸੀਗੀ ਮੀਟਿੰਗ ਸੀਗੀ, 7 ਤਰੀਕ ਨੂੰ ਜਲੰਧਰ ਦੇ ਵਿੱਚ ਮੀਟਿੰਗ ਹੈਗੀ, ਸੁਣਨ ਦੇ ਵਿੱਚ ਆਏਗਾ। ਤਾਂ ਇੱਥੇ ਵੀ ਮੀਟਿੰਗਾਂ ਨੇ। ਅਸੀਂ ਵੀ ਲੀਡਰਾਂ ਨੂੰ ਮਿਲਦੇ ਰਹਿੰਦੇ ਆਂਗੇ, ਹੈ ਨਾ, ਵੀ ਕੀ ਰਣਨੀਤੀ ਹੈਗੀ। ਜੋ ਵੀ ਬਣੂਗਾ ਵਧੀਆ ਬਣੂਗਾ। ਬਸ ਇੱਥੇ ਲੋਕਾਂ ਨੇ ਦੁਬਾਰਾ ਨਿਕਲ ਕੇ ਆਉਣਾ, ਪਿਛਲਾ ਭੁੱਲ ਕੇ ਆਉਣਾ ਹੈਗਾ। ਜਦੋਂ ਸਾਰੇ ਇਕੱਠੇ ਹੋ ਕੇ ਆਵਾਂਗੇ ਤਾਂ ਜਿੱਤ ਮਿਲੂਗੀ। ਮਤਲਬ ਪਹਿਲਾਂ ਸਲਾਹ ਕਰਕੇ ਜਾਓਗੇ ਵੀ ਉੱਥੇ ਆਖਰ 'ਚ ਕਰਨਾ ਕੀ ਹੈ, ਇੱਥੋਂ ਦੀ ਸਲਾਹ ਹੋ ਕੇ ਜਾਊਗੀ? ਬਿਲਕੁਲ ਜੀ। ਇਹ ਤਾਂ ਹੁਣ ਸਾਰਾ ਕੁਝ ਚੀਜ਼ ਸਲਾਹ ਨਾਲ ਹੀ ਚੱਲ ਰਹੀ ਹੈ ਉਹਨਾਂ ਦੇ। ਜੇ ਇਦਾਂ ਦਾ ਕੁਝ ਹੁੰਦਾ ਤਾਂ ਹੁਣ ਤੱਕ ਕੋਈ ਨੌਜਵਾਨਾਂ ਨੇ ਜਾਂ ਕਿਸੇ ਨੇ ਹੋਰ ਅੱਡ ਕਾਲ ਦੇ ਦੇਣੀ ਸੀਗੀ। ਸੰਯੁਕਤ ਮੋਰਚੇ ਤੋਂ ਬਾਹਰ ਕੋਈ ਨਹੀਂ ਹੈਗਾ, ਕੁਝ ਵੀ ਨਹੀਂ ਹੈਗਾ। ਜੇ ਕਿਸੇ ਨੇ ਬਾਹਰ ਕਾਲ ਦਿੱਤੀ ਵੀ ਸੀ ਜਾਂ ਕੁਝ ਵੀ ਸੀਗਾ, ਜਾਂ ਕੋਈ ਅਲੱਗ ਬਣੇ ਹੀ ਸੀਗੀ ਕੱਲ, ਹੈ ਨਾ, ਅਲੱਗ ਜਾਣ ਦੀ, ਤਾਂ ਉਹਨੂੰ ਵੀ ਸਿੱਖ ਲੈਣਾ ਚਾਹੀਦਾ ਗਾ। ਉਹ ਸੰਯੁਕਤ ਮੋਰਚੇ ਤੋਂ ਜੇ ਕੋਈ ਬਾਹਰੀ ਕਾਲ ਨਿਕਲਦੀ ਹੈਗੀ, ਹੈ ਨਾ, ਉਸ ਤੋਂ ਪਹਿਲਾਂ, ਉੱਥੇ ਪਹੁੰਚਣ ਤੋਂ ਪਹਿਲਾਂ, ਤਾਂ ਉਹ ਅੰਦੋਲਨ ਵਾਸਤੇ ਮਾੜੀ ਹੋਊਗੀ। ਇੱਕ ਸਾਡੀ ਰਾਇ ਹੋਣੀ ਚਾਹੀਦੀ ਹੈ ਕਿ ਆਗੂਆਂ ਨੂੰ ਵੀ ਲੋਕਾਂ ਦੀ ਸੁਣਨੀ ਚਾਹੀਦੀ ਹੈ ਵੀ ਲੋਕ ਕੀ ਬੋਲ ਰਹੇ ਨੇ ਨਾ। ਜੇ 26 ਤਰੀਕ ਨੂੰ ਲੋਕ ਜ਼ਿਆਦਾ, ਦੇਖੋ ਰਿੰਗ ਰੋਡ ਤੇ ਲੋਕਾਂ ਨੂੰ ਧੱਕੇ ਨਾਲ ਜਾਇਆ ਗਿਆ ਗਾ, ਵਲੰਟੀਅਰ ਦੁਆਰਾ ਮੋੜਿਆ ਗਿਆ, ਨਹੀਂ ਇੱਧਰ ਨਹੀਂ ਇੱਧਰ, ਉੱਧਰ ਲੋਕ ਆਪ ਪਹੁੰਚੇ ਨੇ, ਮਨ ਨਾਲ ਪਹੁੰਚੇ ਨੇ। ਤਾਂ ਲੋਕਾਂ ਦਾ ਕੀ ਸੀਗਾ ਵੀ ਲੋਕਾਂ ਦਾ ਰੌਂ ਉੱਧਰ ਸੀਗਾ ਕਿ ਆਪਾਂ ਮੇਨ ਕਿਲੇ ਵੱਲ ਜਾਈਏ, ਉੱਥੇ ਘਰਾਓ ਕਰੀਏ ਜਿੱਥੇ ਪਰੇਡ ਹੋ ਰਹੀ ਹੈ, ਕਿਉਂਕਿ ਪਰੇਡ ਦੇ ਬਰਾਬਰ ਪਰੇਡ ਕਰਨੀ ਸੀਗੀ ਆਪਾਂ। ਤੇ ਆਗੂਆਂ ਨੂੰ ਸਾਡੇ ਤੇ ਯਕੀਨ ਹੋਣਾ ਚਾਹੀਦਾ ਹੈ। ਇੱਥੇ ਤੁਸੀਂ ਦੇਖ ਲਓ ਧਰਨੇ ਦੇ ਵਿੱਚ ਕਿੰਨੀਆਂ ਹਰਕਤਾਂ ਕਰਦੇ ਨੇ ਨੌਜਵਾਨ, ਜਾਂ ਕੋਈ ਉਲੰਘਣਾ ਕਰਦੇ ਨੇ, ਜਾਂ ਕੋਈ ਛੇੜਖਾਨੀਆਂ ਹੁੰਦੀਆਂ ਨੇ, ਜਾਂ ਲੜਾਈਆਂ ਹੁੰਦੀਆਂ ਨੇ, ਕੁਝ ਵੀ ਨਹੀਂ। ਬੜੇ ਜ਼ਾਬਤੇ ਦੇ ਵਿੱਚ ਨੌਜਵਾਨ ਰਹਿ ਰਹੇ ਨੇ, ਕਿਉਂਕਿ ਸਾਰਿਆਂ ਨੂੰ ਸਮਝ ਹੈਗੀ ਕਿ ਇਸ ਅੰਦੋਲਨ ਵੱਡਾ ਹੈਗਾ, ਇਹ ਤੋਂ ਉੱਤੇ ਕੁਝ ਵੀ ਚੀਜ਼ ਨਹੀਂ ਹੈਗੀ। ਤਾਂ ਉਹਨਾਂ ਨੂੰ ਵੀ ਸਾਡੇ ਤੇ ਯਕੀਨ ਕਰਨਾ ਚਾਹੀਦਾ ਗਾ, ਤੇ ਯਕੀਨ ਕਰਕੇ ਹੀ ਸਾਨੂੰ ਅੱਗੇ ਚੱਲਣਾ ਪਊਗਾ, ਅੱਗੇ ਜਿੱਤਣਾ ਪਊਗਾ। ਤੇ ਜਿੱਤਣ ਵਾਸਤੇ ਏਕਾ ਜ਼ਰੂਰੀ ਆ। ਨੌਜਵਾਨਾਂ ਨੂੰ ਅਖੀਰ 'ਚ ਕੀ ਬੇਨਤੀ ਕਰਨਾ ਚਾਹੋਗੇ? ਨੌਜਵਾਨਾਂ ਨੂੰ ਮੇਰੀ ਬੇਨਤੀ ਹੈਗੀ ਕਿ ਹੁਣ ਜਿਹੜੇ ਪੰਜਾਬ ਦੇ ਖਾਸ ਕਰ ਨੌਜਵਾਨ ਨੇ ਨਾ, ਕਿ ਸਾਡੇ ਸਿਰ ਲੋਕਾਂ ਨੇ ਸਾਨੂੰ ਬਹੁਤ ਵੱਡਾ ਰੁਤਬਾ ਦਿੱਤਾ ਗਾ। ਹਰਿਆਣਾ ਨੇ ਵੱਡੇ ਭਰਾ ਦਾ ਦਿੱਤਾ, ਸਾਨੂੰ ਆਗੂ ਮੰਨ ਲਿਆ। ਲੀਡ 32 ਜਥੇਬੰਦੀਆਂ ਲੀਡ ਕਰ ਰਹੀਆਂ ਨੇ ਸੰਯੁਕਤ ਮੋਰਚੇ ਦੇ ਵਿੱਚ, 42 ਨੇ, ਉਹਦੇ ਵਿੱਚ 32 ਪੰਜਾਬ ਦੇ ਨੇ, ਹੈ ਨਾ। ਤਾਂ ਵੱਡਾ ਹਿੱਸਾ ਪੰਜਾਬ ਦਾ, ਪੰਜਾਬ ਦੀ ਇੱਜ਼ਤ ਦੀ ਇਹ ਗੱਲ ਹੈ। ਹੁਣ ਸਾਨੂੰ ਗਦਾਰ ਕਹਿ ਕੇ ਸਰ ਗਿਆ, ਕੁਝ ਨਹੀਂ ਹੋਇਆ, ਭੁੱਲ ਜਾਣਗੇ। ਸਾਡੇ ਬਾਪੂਆਂ ਨੇ ਕਿਹਾ ਕਿ ਜੇ ਸਾਨੂੰ ਪੂਰੇ ਦੇਸ਼ ਨੇ ਗਦਾਰ ਕਹਿਤਾ ਕਿ ਇਹਨਾਂ ਨੇ ਅੰਦੋਲਨ ਵੇਚਤਾ, ਇਹਨਾਂ ਨੇ ਅੰਦੋਲਨ ਖਰਾਬ ਕੀਤਾ, ਫਿਰ ਸਾਡੇ ਤੋਂ ਸਹਿਣ ਨਹੀਂ ਹੋਣਾ। ਜੇ ਪੰਜਾਬ ਦੇ ਸਿਰ ਗਦਾਰੀ ਦਾ ਟੈਗ ਲੱਗ ਗਿਆ ਤਾਂ ਸਾਨੂੰ ਹਰ ਹੀਲੇ ਇਕੱਠਾ ਹੋ ਕੇ, ਕਿਸੇ ਦਾ ਕੋਈ ਵੀ ਕੰਮ ਹੈ, ਕੁਝ ਵੀ ਹੈ, ਚਾਹੇ ਆਪਦਾ ਵਿਆਹ ਧਰਿਆ ਹੋਏਗਾ, ਸੰਸਦ ਦੀ ਜਿੱਦਣ ਕਾਲ ਹੋਊਗੀ ਉਹ ਵੀ ਛੱਡ ਕੇ ਇੱਥੇ ਪਹੁੰਚੇ। ਇੱਥੇ ਪਹੁੰਚਣਾ ਹੀ ਪਊਗਾ, ਤਾਂ ਆਉਣਾ ਪਊਗਾ ਇੱਥੇ। ਬਹੁਤ ਵੱਡੀ ਗੱਲ ਹੈ ਇਹ ਕਿ ਜੇ ਇਹ ਟੈਗ ਲੱਗ ਗਿਆ ਵੀ ਪੂਰਾ ਪੰਜਾਬ ਹੀ ਗੱਦਾਰ ਹੈ, ਜੇ ਇਹ ਟੈਗ ਲੱਗ ਗਿਆ ਵੀ ਕਾਨੂੰਨ ਵਾਪਸ ਨਹੀਂ ਕਰਵਾ ਸਕੇ ਇੰਨਾ ਵੱਡਾ ਅੰਦੋਲਨ ਸਿਰਜ ਕੇ ਵੀ, ਤਾਂ ਸ਼ਾਇਦ ਇਹ ਜਿਹੜਾ ਆਰੋਪ ਹੋਊਗਾ ਇਹ ਨਹੀਂ ਆਪਣੇ ਤੇ ਸਹਿਣ ਕਰ ਪਾਉਣਗੇ। ਤਾਂ ਇਸੇ ਕਰਕੇ ਇਹੀ ਗੱਲ ਹੋ ਰਹੀ ਹੈ ਵੀ ਇਸ ਵਾਰ ਜਿਹੜਾ ਹੈ ਜ਼ਾਬਤੇ ਦੇ ਵਿੱਚ ਵੀ ਰਿਹਾ ਜਾਵੇ, ਇਸ ਵਾਰ ਜਿਹੜੀਆਂ ਆਗੂਆਂ ਦੀ ਕਾਲਸ ਨੇ ਉਹਨਾਂ ਦੇ ਨਾਲ ਵੀ ਸਹਿਮਤੀ ਪ੍ਰਗਟਾਈ ਜਾਵੇ, ਜਾਂ ਪਹਿਲਾਂ ਹੀ ਸਹਿਮਤੀ ਬਣਾ ਕੇ ਇੱਥੋਂ ਦੀ ਤੁਰਿਆ ਜਾਵੇ, ਕਿਉਂਕਿ ਹਲੇ 1 ਮਹੀਨਾ ਪਿਆ। ਪਹਿਲਾਂ ਜੋ ਕੁਝ ਹੋ ਗਿਆ ਕਹਿੰਦੇ ਉਹਦੇ ਤੋਂ ਸਿੱਖ ਕੇ ਅੱਗੇ ਵਧ ਰਹੇ ਆ। ਨੌਜਵਾਨ ਜਿਹੜੇ ਨੇ ਉਹ ਵੀ ਨਾਲ ਜੁੜ ਚੁੱਕੇ ਨੇ, ਕਿਸਾਨ ਆਗੂਆਂ ਨੇ ਵੀ ਨੌਜਵਾਨਾਂ ਨੂੰ ਮਾਫ ਵੀ
ਵੀ ਕੀਤਾ ਤੇ ਨਾਲ ਮਾਫੀ ਵੀ ਮੰਗੀ। ਜਿਹੜਾ ਕੁਝ ਉਹਨਾਂ ਨੇ ਕੀਤਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਭੁਲਾ ਕੇ ਹੁਣ ਅੱਗੇ ਵਧਿਆ ਜਾਏਗਾ। ਇਸ ਕਰਕੇ ਜਿਹੜੀ ਕਾਲ ਹੈ ਇਹ ਬਹੁਤ ਵੱਡੀ ਦਿੱਤੀ ਗਈ ਹੈ। ਇਹ ਚੀਜ਼ ਨੂੰ ਦੇਖਦੇ ਹੋਏ ਹਰ ਇੱਕ ਜਿਹੜਾ ਇਨਸਾਨ ਹੈ ਉਹਦੀ ਨਜ਼ਰ ਇਸ ਮੋਰਚੇ ਦੇ ਉੱਤੇ ਟਿਕੀ ਹੋਈ ਹੈ ਵੀ ਹੁਣ ਜਦੋਂ ਸੰਸਦ ਵੱਲ ਕੂਚ ਕਰਨਾ ਤਾਂ ਕੀ ਹੋਊਗਾ, ਕੀ ਉੱਥੇ ਬੈਠ ਜਾਣਗੇ, ਕੀ ਹੁਣ ਫਾਈਨਲੀ ਜਦੋਂ ਪਹਿਲਾਂ ਵੀ ਕਿਹਾ ਜਾ ਰਿਹਾ ਸੀ ਵੀ 26 ਤਰੀਕ ਨੂੰ ਹੁਣ ਕਾਨੂੰਨ ਰੱਦ ਹੋ ਜਾਣਗੇ, ਕੀ ਹੁਣ ਜਦੋਂ ਸੰਸਦ ਵੱਲ ਪਹੁੰਚਿਆ ਜਾਊਗਾ ਕੀ ਉਦੋਂ ਕਾਨੂੰਨ ਰੱਦ ਹੋ ਜਾਣਗੇ। ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਹੀ ਹਲੇ ਸਵਾਲ ਬਣੀਆਂ ਹੋਈਆਂ ਨੇ। ਇਹਨਾਂ ਦੇ ਜਵਾਬ ਵੀ ਜ਼ਰੂਰ ਤੁਹਾਡੇ ਤੱਕ ਸਾਂਝੇ ਕਰਾਂਗੇ। ਕੈਮਰਾਮੈਨ ਮੁਕੇਸ਼ ਦੇ ਨਾਲ ਮੈਂ ਅਨੁਕੌੜ।